ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਸ਼ਨ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਕਿਤੇ ਕਣੀਆਂ ਨਹੀਂ ਪਈਆਂ। ਦਿਨ ਦੇ ਵੇਲੇ ਮੌਸਮ ਸਾਫ਼ ਰਿਹਾ। ਰਾਤ ਦੇ ਵੇਲੇ ਥੋੜ੍ਹੀ ਜਿਹੀ ਠੰਡ ਵੀ ਰਹੀ ਆ। ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 24 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਹੈ ਨਹੀਂ। ਪਰ ਉੱਦਾਂ ਉੱਤਰਾਖੰਡ ਦੇ ਵਿੱਚ, ਕੇਰਲ ਦੇ ਵਿੱਚ ਤੇ ਕਈ ਹੋਰ ਥਾਵਾਂ ਦੇ ਉੱਤੇ ਜਿੱਥੇ ਮੀਂਹ ਬਹੁਤ ਪੈ ਕੇ ਰੁਕ ਚੁੱਕਿਆ ਜਾਂ ਲਗਾਤਾਰ ਪੈ ਰਿਹਾ, ਉੱਥੇ ਕਾਫੀ ਜਨਜੀਵਨ ਪ੍ਰਭਾਵਿਤ ਹੋ ਰਿਹਾ। ਮੌਤਾਂ ਦੀ ਗਿਣਤੀ ਉੱਤਰਾਖੰਡ ਦੇ ਵਿੱਚ ਹੋਰ ਵਧੀ ਹੈ। ਪਰ ਪੰਜਾਬ ਦੇ ਵਿੱਚ, ਹਰਿਆਣੇ 'ਚ ਤੇ ਦਿੱਲੀ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਆ ਆਉਂਦੇ 24 ਘੰਟਿਆਂ ਦੇ ਵਿੱਚ। ਜਿਹੜੀ ਹੁਣ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਨਿਹੰਗ ਸਿੰਘਾਂ ਦੇ ਨਾਲ ਸੰਬੰਧਿਤ, ਗੁਰੂ ਦੀ ਲਾਡਲੀ ਫੌਜ ਦੇ ਨਾਲ ਸੰਬੰਧਿਤ। ਸਤਿਕਾਰ ਕਰਦੇ ਆ, ਕਰਨਾ ਵੀ ਚਾਹੀਦਾ ਗੁਰੂ ਦੀ ਲਾਡਲੀ ਫੌਜ ਦਾ। ਪਰ ਜਿਵੇਂ ਕਿ ਬਾਕੀ ਖੇਤਰਾਂ ਦੇ ਵਿੱਚ ਕਈ ਹੋਰ ਕਿਸੇ ਵੀ ਖੇਤਰ ਦੀ ਚਲੋ ਗੱਲ ਕਰ ਲਓ, ਉਹਦੇ ਵਿੱਚ ਕੁਝ ਕੁ ਗਲਤ ਅਨਸਰ ਵੜ ਜਾਂਦੇ ਆ। ਭਾਵੇਂ ਉਹ ਡਾਕਟਰੀ ਹੋਵੇ, ਭਾਵੇਂ ਪੱਤਰਕਾਰਤਾ ਹੋਵੇ, ਭਾਵੇਂ ਨੇਤਾਗਿਰੀ ਹੋਵੇ, ਭਾਵੇਂ ਹੋਰ ਕੋਈ ਵੀ ਕੰਮ ਹੋਵੇ, ਕਾਰੋਬਾਰ ਹੋਵੇ। ਉਸੇ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਨਿਹੰਗ ਸਿੰਘ ਦਲ ਆ, ਉਹਨਾਂ ਦੇ ਵਿੱਚ ਵੀ ਹੋ ਸਕਦਾ ਵੀ ਕੁਝ ਕੁ ਲੋਕ ਗਲਤ ਵੀ ਵੜ ਜਾਂਦੇ ਹੋਣ। ਜਿਵੇਂ ਕਿ ਹੁਣ ਇੱਕ ਖਬਰ ਬਹੁਤ ਮਹੱਤਵਪੂਰਨ ਆਈ ਹੈ, ਕਿਉਂਕਿ ਲੰਘੇ ਕੱਲ੍ਹ ਇੱਕ ਜਾਲੀ ਨਿਹੰਗ ਸਿੰਘ, ਨਕਲੀ ਨਿਹੰਗ ਸਿੰਘ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਫੜਿਆ ਗਿਆ ਸਿੰਘੂ ਬਾਰਡਰ ਦੇ ਉੱਤੇ। ਇਸ ਬੰਦੇ ਦੇ ਵੱਲੋਂ ਸੋਟੀਆਂ ਮਾਰ ਕੇ ਇੱਕ ਗਰੀਬ ਬੰਦੇ ਦੀ ਲੱਤ ਤੋੜ ਦਿੱਤੀ ਗਈ ਹੈ। ਕਾਰਨ ਕੀ ਹੈ? ਕਹਿੰਦਾ ਜੀ ਮੈਨੂੰ ਮੁਰਗਾ ਫਰੀ ਦੇ ਵਿੱਚ ਦੇ। ਇਹ ਮੁਰਗਾ ਫਰੀ ਦੇ ਵਿੱਚ ਲੈਣ ਦੇ ਚੱਕਰ ਦੇ ਵਿੱਚ ਇਸ ਗੱਲ ਨੂੰ ਭੁੱਲ ਗਿਆ ਕਿ ਮੇਰੇ ਬਾਣਾ ਕਿਹੜਾ ਪਾਇਆ ਹੋਇਆ, ਮੇਰੇ ਉੱਤੇ ਲੋਕਾਂ ਦਾ ਭਰੋਸਾ ਕਿਹੋ ਜਿਹਾ। ਜੇਕਰ ਮੈਂ ਇਹ ਹਰਕਤ ਕਰਦਾ ਤਾਂ ਫਿਰ ਇਸ ਬਾਣੇ ਦੇ ਉੱਤੇ, ਮੇਰੀ ਸਿੱਖੀ ਦੇ ਉੱਤੇ ਕਿਹੋ ਜਿਹੇ ਸਵਾਲ ਖੜੇ ਹੋਣਗੇ। ਤੇ ਪਤਾ ਇਹ ਲੱਗਾ ਜੀ ਕਿ ਇਹ ਕੋਈ ਬਹੁਤ ਲੰਮਾ ਸਮਾਂ ਪਹਿਲਾਂ ਦਲ ਦੇ ਵਿੱਚ ਸ਼ਾਮਲ ਨਹੀਂ ਸੀ ਹੋਇਆ। ਇਹ ਨਿਹੰਗ ਸਿੰਘ ਦਲ ਦੇ ਵਿੱਚ ਕੁਝ ਕੁ ਦਿਨ ਪਹਿਲਾਂ ਹੀ ਸ਼ਾਮਲ ਹੋਇਆ। ਇਹ ਵੀ ਕਮਾਲ ਦੀ ਗੱਲ ਹੈ ਤੇ ਦੁੱਖ ਦੀ ਗੱਲ ਕਿ ਲਗਾਤਾਰ ਬਾਬਾ ਅਮਨਦੀਪ ਸਿੰਘ ਦੇ ਉੱਤੇ ਸਵਾਲ ਉੱਠ ਰਹੇ ਆ। ਤੇ ਲੰਘੇ ਕੱਲ੍ਹ ਤਾਂ ਇੱਕ ਸਾਰ ਗੱਲ ਕਹੀ ਗਈ ਹੈ, ਇੱਕ ਸੁਰ ਦੇ ਵਿੱਚ ਗੱਲ ਕਹੀ ਗਈ ਹੈ ਬਾਕੀ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ, ਜਿਹੜੀਆਂ ਕਿ ਇਸ ਵਕਤ ਸਿੰਘੂ ਬਾਰਡਰ ਦੇ ਉੱਤੇ ਬੈਠੀਆਂ। ਉਹਨਾਂ ਨੇ ਕਿਹਾ ਜੀ ਕਿ ਸਾਡਾ ਇਹਦੇ ਨਾਲ ਕੋਈ ਵੀ ਸੰਬੰਧ ਨਹੀਂ, ਯਾਨੀ ਕਿ ਬਾਬਾ ਅਮਨਦੀਪ ਸਿੰਘ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਗਾ। ਇਹ ਆਪਦੇ ਚੰਗੇ ਮਾੜੇ ਦੇ ਲਈ ਖੁਦ ਜ਼ਿੰਮੇਵਾਰ ਆ। ਇਹਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੋਂ ਉੱਠ ਕੇ ਚਲਾ ਜਾਵੇ। ਇਹਦੀ ਕੋਈ ਆਪਦੀ ਜਥੇਬੰਦੀ ਨਹੀਂ ਹੈ। ਇਹ ਬਾਬਾ ਮਾਨ ਸਿੰਘ ਦੇ ਦਲ ਦੇ ਨਾਲ ਸੰਬੰਧਿਤ ਹੈ। ਬਾਬਾ ਮਾਨ ਸਿੰਘ ਇਸ ਵੇਲੇ ਹਜ਼ੂਰ ਸਾਹਿਬ ਦੇ ਵਿੱਚ ਗਏ ਹੋਏ ਆ। ਉਹ ਬਸ ਆਉਣ ਹੀ ਵਾਲੇ ਆ ਤੇ ਉਸ ਤੋਂ ਬਾਅਦ ਉਹ ਆ ਕੇ ਇਹਦੇ ਬਾਰੇ ਫੈਸਲਾ ਕਰਨਗੇ। ਪਰ ਜਿਹੜੀਆਂ ਵੀ ਹੁਣ ਤੱਕ ਨਿਹੰਗ ਸਿੰਘਾਂ ਦੇ ਮੁਤਲਕ ਪਿਛਲੇ 1.5 ਹਫ਼ਤੇ ਦੇ ਵਿੱਚ ਖਬਰਾਂ ਆਈਆਂ, ਉਹ ਬਾਬਾ ਅਮਨਦੀਪ ਸਿੰਘ ਦੇ ਨਾਲ ਸੰਬੰਧਿਤ ਲਗਾਤਾਰ ਆ ਰਹੀਆਂ, ਜਿਹਦੇ ਕਰਕੇ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ। ਅਸੀਂ ਪਹਿਲਾਂ ਵੀ ਇਹ ਗੱਲ ਕਹੀ ਹੈ, ਮੰਨ ਲਓ ਕੋਈ ਕਿਸੇ ਵੀ ਨਿਹੰਗ ਸਿੰਘ ਦਲ ਦੇ ਨਾਲ ਸੰਬੰਧਿਤ ਹੈ, ਕੋਈ ਵੀ ਬੰਦਾ ਗਲਤੀ ਕਰਦਾ, ਕੋਈ ਵੀ ਸਿੰਘ ਗਲਤੀ ਕਰ ਦਿੰਦਾ, ਪਰ ਇਹ ਸਾਰੇ ਨਿਹੰਗ ਸਿੰਘਾਂ ਦੇ ਉੱਤੇ ਸਵਾਲ ਖੜਾ ਹੋ ਜਾਂਦਾ। ਉਹਨਾਂ ਸਾਰਿਆਂ ਦੇ ਅਕਸ ਨੂੰ ਖਰਾਬ ਕਰਨ ਵਾਲੀ ਗੱਲ ਹੈ। ਇਸ ਕਰਕੇ ਚੰਗੇ ਮੰਦੇ ਦੀ ਪਰਖ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। ਜਦੋਂ ਕੋਈ ਵੀ ਕਿਸੇ ਨਿਹੰਗ ਸਿੰਘ ਜਥੇਬੰਦੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਉਂਦਾ, ਪਹਿਲਾਂ ਉਹਦੇ ਕਿਰਦਾਰ ਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ, ਉਹਦੇ ਆਚਰਣ ਦੇ ਬਾਰੇ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਕੀ ਉਹਨੂੰ ਗੁਰਬਾਣੀ ਦਾ ਗਿਆਨ ਹੈ? ਕੀ ਉਹ ਸੱਚੇ ਮਨੋਂ ਆਇਆ? ਕੀ ਉਹ ਠਰਮੇ ਦੇ ਨਾਲ ਚੱਲਣ ਵਾਲਾ? ਕੀ ਉਹ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਲਾ? ਕੀ ਉਹ ਅਨੁਸ਼ਾਸਨ ਨੂੰ ਮੰਨਣ ਵਾਲਾ? ਤੇ ਜੇਕਰ ਇੱਦਾਂ ਦੀਆਂ ਗੱਲਾਂ ਕਿਸੇ ਦੇ ਵਿੱਚੋਂ ਨਹੀਂ ਨਜ਼ਰ ਆਉਂਦੀਆਂ ਤਾਂ ਉਹਨੂੰ ਬਿਲਕੁਲ ਨਹੀਂ ਸ਼ਾਮਲ ਕਰਨਾ ਚਾਹੀਦਾ। ਮੈਨੂੰ ਕੱਲ੍ਹ ਇੱਕ ਗੱਲ ਚੰਗੀ ਲੱਗੀ, ਇੱਕ ਨਿਹੰਗ ਸਿੰਘ ਨੇ ਇਹ ਗੱਲ ਦੱਸੀ ਇੱਕ ਇੰਟਰਵਿਊ ਦੇ ਵਿੱਚ। ਉਹਨਾਂ ਨੇ ਇਹ ਗੱਲ ਕਹੀ ਜੀ ਕਿ ਪਹਿਲਾ ਵੇਲਾ ਇਹੋ ਜਿਹਾ ਸੀ ਜਦੋਂ ਕੋਈ ਵੀ ਵਿਅਕਤੀ ਆਉਂਦਾ ਸੀਗਾ ਨਿਹੰਗ ਸਿੰਘ ਜਥੇਬੰਦੀ 'ਚ ਸ਼ਾਮਲ ਹੋਣ ਦੇ ਲਈ, ਪਹਿਲਾਂ ਉਹਨੂੰ ਘੋੜਿਆਂ ਦੀ ਸੇਵਾ 'ਤੇ ਰੱਖਿਆ ਜਾਂਦਾ ਸੀ ਸਾਲ 1.5 ਸਾਲ, ਫਿਰ ਉਹਨੂੰ ਲੰਗਰ ਦੀ ਸੇਵਾ ਦੇ ਵਿੱਚ ਰੱਖਿਆ ਜਾਂਦਾ ਸੀ। ਜਦੋਂ ਤੱਕ ਉਹਦਾ ਪੂਰਾ ਭਰੋਸਾ ਨਹੀਂ ਸੀ ਬਣ ਜਾਂਦਾ, ਉਹਨੂੰ ਗੱਤਕਾ ਸਿਖਾਇਆ ਜਾਂਦਾ ਸੀ, ਉਹਨੂੰ ਗੁਰਬਾਣੀ ਕੰਠ ਹੋਣੀ ਚਾਹੀਦੀ ਹੈ। ਜਦੋਂ ਉਹਦੇ ਉੱਤੇ ਪੂਰਾ ਭਰੋਸਾ ਹੋ ਜਾਂਦਾ ਸੀ, ਉਸ ਤੋਂ ਬਾਅਦ ਹੀ ਉਹਨੂੰ ਬਾਣਾ ਦਿੱਤਾ ਜਾਂਦਾ ਸੀ ਪਹਿਨਣ ਦੇ ਵਾਸਤੇ। ਪਰ ਹੁਣ ਤਾਂ ਤੀਜੇ ਦਿਨ ਬਾਣਾ ਮਿਲ ਜਾਂਦਾ, ਜਿਹਦੇ ਕਰਕੇ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਜਿਹੜੀਆਂ ਕਿ ਚੰਗੇ ਤੋਂ ਉਲਟ ਹੈ। ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਡਟ ਕੇ ਬੈਠੇ ਹਾਂ, ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ, ਅਸੀਂ ਕਿਸਾਨੀ ਅੰਦੋਲਨ ਜਿੱਤ ਕੇ ਜਾਵਾਂਗੇ। ਜੇਕਰ ਅੱਜ ਕਿਸੇ ਵੀ ਸ਼ਰਾਰਤੀ ਅਨਸਰ ਦੇ ਵੱਲੋਂ ਕਿਸਾਨਾਂ ਦੇ ਉੱਤੇ ਕੋਈ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮੂਹਰੇ ਢਾਲ ਬਣ ਕੇ ਅਸੀਂ ਖੜਾਂਗੇ। ਮਤਲਬ ਇਹ ਆ ਵੀ ਸਾਰੇ ਨਿਹੰਗ ਸਿੰਘ ਗਲਤ ਨਹੀਂ। ਨਿਹੰਗ ਸਿੰਘ ਜਥੇਬੰਦੀਆਂ ਦੇ ਉੱਤੇ ਮਾਣ ਵੀ ਆ, ਉਹ ਵੀ ਉਵੇਂ ਹੀ ਬੈਠੀਆਂ ਜਿਵੇਂ ਕਿ ਕਿਸਾਨ ਲੰਮੇ ਸਮੇਂ ਤੋਂ ਇੱਥੇ ਬੈਠੇ ਹੋਏ ਆ। ਪਰ ਜਿਸ ਤਰੀਕੇ ਦੇ ਨਾਲ ਹੋਰ ਕਈ ਸ਼ਰਾਰਤੀ ਅਨਸਰ ਜਾਂ ਗਲਤ ਅਨਸਰ ਹੋ ਸਕਦੇ ਆ, ਇਹਨਾਂ ਦੇ ਵਿੱਚ ਵੀ ਇਕੜ ਦੁੱਕੜ ਹੋ ਸਕਦੇ ਆ। ਪਰ ਜਿਹੜੀ ਕੱਲ੍ਹ ਵਾਲੀ ਘਟਨਾ ਨਕਲੀ ਨਿਹੰਗ ਸਿੰਘ ਵਾਲੀ, ਉਹ ਸੱਚੀ ਮੁੱਚੀ ਦੁੱਖ ਦੇਣ ਵਾਲੀ ਹੈ ਕਿ ਇਹਦੇ ਨਾਲ ਅਕਸ ਕਿਸ ਕਦਰ ਖਰਾਬ ਹੋ ਰਿਹਾ। ਸੋ ਅਗਲੀ ਇਸ ਤੋਂ ਗੱਲ ਇਹ ਹੈ ਵੀ ਹੁਣ ਇਸ ਬੰਦੇ ਨੂੰ ਜਿਹੜਾ ਨਕਲੀ ਨਿਹੰਗ ਸਿੰਘ ਫੜਿਆ ਗਿਆ, ਇਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਬਾਬਾ ਅਮਨਦੀਪ ਦੇ ਉੱਤੇ ਕਾਰਵਾਈ ਤਿੱਖੀ ਕਰਨ ਦੀ ਗੱਲ ਕੀਤੀ ਗਈ ਹੈ, ਕਿਉਂਕਿ ਲਗਾਤਾਰ ਇਸ ਗੱਲ ਦੀ ਮੰਗ ਉੱਠ ਰਹੀ ਸੀ ਵੀ ਜਿਵੇਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਵੀ ਕਿਸਾਨ ਗਲਤ ਕੰਮ ਕਰਦਾ ਜਾਂ ਜਿਹੜਾ ਵੀ ਕਿਸਾਨ ਅਨੁਸ਼ਾਸਨ ਨੂੰ ਭੰਗ ਕਰਦਾ,
ਕਿਸਾਨ ਆਗੂ ਟਰੈਕ ਤੋਂ ਉਤਰਦਾ ਹੈ ਉਹਨੂੰ ਹਫ਼ਤੇ ਦੇ ਲਈ, 15 ਦਿਨ ਦੇ ਲਈ, 2 ਹਫ਼ਤੇ ਦੇ ਲਈ, 10 ਦਿਨ ਦੇ ਲਈ ਸਸਪੈਂਡ ਕਰ ਦਿੱਤਾ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਬਾਬਾ ਅਮਨਦੀਪ ਨੂੰ ਵੀ ਸਸਪੈਂਡ ਕੀਤਾ ਜਾਵੇ, ਇੱਥੋਂ ਤੋਰਿਆ ਜਾਵੇ, ਪਰ ਇਹ ਪੱਕੇ ਤੌਰ ਦੇ ਉੱਤੇ ਹੀ ਤੋਰਨ ਦਾ ਐਲਾਨ ਕਰ ਦਿੱਤਾ ਗਿਆ। ਸੋ ਇਸ ਵਕਤ ਮੀਡੀਆ ਦੀਆਂ ਸਾਰੀਆਂ ਨਜ਼ਰਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਉੱਤੇ ਵੀ ਹੈ। ਬਹੁਤ ਸਾਰੀਆਂ ਖਬਰਾਂ ਵਿੱਚੋਂ ਨਿਕਲ ਕੇ ਇਹੋ ਜਿਹੀਆਂ ਆਉਂਦੀਆਂ ਕਿਉਂਕਿ ਬਾਬਾ ਅਮਨਦੀਪ ਦੇ ਉੱਤੇ ਨਸ਼ਾ ਦਾ ਮਾਮਲਾ ਵੀ ਸਾਹਮਣੇ ਆਇਆ। ਬਾਬਾ ਅਮਨਦੀਪ ਨੂੰ ਬੇਦਖਲ ਵੀ ਕੀਤਾ ਹੋਇਆ ਪਰਿਵਾਰ ਦੇ ਵੱਲੋਂ। ਬਾਬਾ ਅਮਨਦੀਪ ਦੇ ਪਰਿਵਾਰਕ ਮੈਂਬਰ ਆ ਜਿਹੜੇ ਮਾਤਾ ਪਿਤਾ, ਉਹ ਇਸ ਵੇਲੇ ਬੇਹੱਦ ਗੁਰਬਤ ਦੇ ਵਿੱਚ ਹੈ। ਬਾਬਾ ਅਮਨਦੀਪ ਆ ਜਿਹੜੇ ਉਹ ਨਰਿੰਦਰ ਸਿੰਘ ਤੋਮਰ ਨੂੰ ਮਿਲ ਕੇ ਆਏ ਆ। ਬਾਬਾ ਅਮਨਦੀਪ ਆ ਜਿਹੜੇ ਉਹਨਾਂ ਦੇ ਨਾਲ ਕਈ ਗੱਲਾਂ ਹੋਰ ਵੀ ਜੁੜ ਜਾਂਦੀਆਂ। ਸੋ ਇਸ ਕਰਕੇ ਇਹ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਜਿਹੜੀਆਂ ਕਿ ਉੱਥੇ 8-9 ਹੋਰ ਜਥੇਬੰਦੀਆਂ ਬੈਠੀਆਂ ਨੇ, ਉਹਨਾਂ ਦੇ ਵੱਲੋਂ ਮਹੱਤਵਪੂਰਨ ਫੈਸਲਾ ਕੀਤਾ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਲੰਘੇ ਕੱਲ੍ਹ ਨਕਲੀ ਨਿਹੰਗ ਦੇ ਵੱਲੋਂ ਕੀ ਕੁਝ ਕੀਤਾ ਗਿਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਿੰਘੂ ਬਾਰਡਰ ਦੇ ਉੱਤੇ ਲੰਘੇ ਕੱਲ੍ਹ ਇੱਕ ਨਵਾਂ ਵਿਵਾਦ ਸਾਹਮਣੇ ਆਇਆ। ਦਰਅਸਲ ਪਤਾ ਲੱਗਾ ਕਿ ਇੱਥੇ ਮੁਰਗਾ ਸਪਲਾਈ ਕਰਨ ਵਾਲੇ ਇੱਕ ਮਜ਼ਦੂਰ ਦੇ ਨਾਲ ਨਿਹੰਗ ਨਵੀਨ ਸੰਧੂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਨਿਹੰਗ ਨੇ ਮਜ਼ਦੂਰ ਦੇ ਕੋਲੋਂ ਮੁਰਗਾ ਮੰਗਿਆ ਸੀ। ਜਦੋਂ ਮਜ਼ਦੂਰ ਨੇ ਮੁਰਗਾ ਦੇਣ ਤੋਂ ਨਾ ਕਰ ਦਿੱਤੀ ਤਾਂ ਨਿਹੰਗ ਨੇ ਸੋਟੀ ਦੇ ਨਾਲ ਉਹਨੂੰ ਕੁੱਟ-ਕੁੱਟ ਕੇ ਉਹਦੀ ਲੱਤ ਤੋੜ ਦਿੱਤੀ। ਨਵੀਨ ਸੰਧੂ ਨਿਹੰਗ ਬਾਬਾ ਅਮਨ ਸਿੰਘ ਦੇ ਦਲ ਦਾ ਹੈ। ਇਹ ਘਟਨਾ ਲੰਘੇ ਕੱਲ੍ਹ 11 ਵਜੇ ਦੇ ਕਰੀਬ ਸਿੰਘੂ ਬਾਰਡਰ ਦੇ ਉੱਤੇ ਵਾਪਰੀ ਹੈ। ਸੋਨੀਪਤ ਦੇ ਕੁੰਡਲੀ ਥਾਣੇ ਦੀ ਪੁਲਿਸ ਨੇ ਨਿਹੰਗ ਨਵੀਨ ਸੰਧੂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪੀੜਤ ਮਜ਼ਦੂਰ ਦਾ ਨਾਂ ਮਨੋਜ ਪਾਸਵਾਨ ਹੈ। ਉਹ ਬਿਹਾਰ ਦਾ ਰਹਿਣ ਵਾਲਾ ਮਜ਼ਦੂਰ ਮਨੋਜ ਪਾਸਵਾਨ ਨੂੰ ਸੋਨੀਪਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਨੋਜ ਪਾਸਵਾਨ ਦੇ 2 ਵੀਡੀਓ ਵੀ ਸਾਹਮਣੇ ਆਏ ਨੇ। ਪਹਿਲਾ ਵੀਡੀਓ 39 ਸੈਕਿੰਡ ਦਾ ਹੈ ਜਿਹੜਾ ਸਿੰਘੂ ਬਾਰਡਰ ਤੇ ਹੈ। ਇਹਦੇ ਵਿੱਚ ਜ਼ਮੀਨ ਦੇ ਉੱਤੇ ਬੈਠਾ ਹੋਇਆ ਮਨੋਜ ਦੱਸ ਰਿਹਾ ਕਿ ਉਹ ਆਪਣੇ ਰਿਕਸ਼ੇ ਦੇ ਉੱਤੇ ਮੁਰਗੀਆਂ ਲੱਦ ਕੇ ਕੁੰਡਲੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਸਪਲਾਈ ਕਰਨ ਜਾ ਰਿਹਾ ਸੀ। ਰਾਹ ਦੇ ਵਿੱਚ ਨਿਹੰਗ ਨਵੀਨ ਸੰਧੂ ਨੇ ਉਹਦੇ ਕੋਲੋਂ ਮੁਰਗਾ ਮੰਗਿਆ। ਜਦੋਂ ਉਹਨੇ ਕਿਹਾ ਕਿ ਜੀ ਮੈਂ ਨਹੀਂ ਇੱਦਾਂ ਦੇ ਸਕਦਾ, ਮੈਨੂੰ ਤਾਂ ਗਿਣ ਕੇ ਇਹ ਮਿਲਦੇ ਨੇ ਤੇ ਮੈਨੂੰ ਹਿਸਾਬ ਦੇਣਾ ਪੈਂਦਾ, ਤਾਂ ਨਿਹੰਗ ਨੇ ਉਹਦੀ ਮਾਰਕੁੱਟ ਸ਼ੁਰੂ ਕਰ ਦਿੱਤੀ। 44 ਸੈਕਿੰਡ ਦੇ ਦੂਜੇ ਵੀਡੀਓ ਦੇ ਵਿੱਚ ਸੋਨੀਪਤ ਦੇ ਹਸਪਤਾਲ ਦੇ ਵਿੱਚ ਸਟ੍ਰੈਚਰ ਦੇ ਉੱਤੇ ਪਏ ਹੋਏ ਮਨੋਜ ਨੇ ਕਿਹਾ, ਮੈਂ ਜੇਬ ਦੇ ਵਿੱਚੋਂ ਮੁਰਗਿਆਂ ਦੀ ਗਿਣਤੀ ਵਾਲੀ ਪਰਚੀ ਕੱਢ ਕੇ ਨਿਹੰਗ ਨੂੰ ਦਿਖਾਈ। ਪਰਚੀ ਕੱਢਦੇ ਸਮੇਂ ਜੇਬ ਦੇ ਵਿੱਚ ਜੋ ਮੇਰੇ ਬੀੜੀ ਸੀ ਉਹ ਵੀ ਮੇਰੇ ਹੱਥ ਦੇ ਵਿੱਚ ਆ ਗਈ, ਜਿਹਨੂੰ ਦੇਖ ਕੇ ਨਿਹੰਗ ਨੇ ਗਾਲਾਂ ਕੱਢਦੇ ਹੋਏ ਕਿਹਾ ਕਿ ਤੂੰ ਬੀੜੀਆਂ ਪੀਂਦਾ। ਜਦੋਂ ਮੈਂ ਕਿਹਾ ਕਿ ਸਾਰੇ ਪੀਂਦੇ ਨੇ, ਮੈਂ ਵੀ ਪੀਂਦਾ ਹਾਂ, ਪਰ ਹੁਣ ਤਾਂ ਨਹੀਂ ਸੀ ਪੀ ਰਿਹਾ, ਤਾਂ ਉਹਦੇ ਵੱਲੋਂ ਮੈਨੂੰ ਫਿਰ ਬੁਰੇ ਤਰੀਕੇ ਨਾਲ ਕੁੱਟਿਆ ਮਾਰਿਆ ਗਿਆ। ਮਨੋਜ ਪਾਸਵਾਨ ਕੁੰਡਲੀ ਬਾਰਡਰ ਦੇ ਉੱਤੇ ਚਿਕਨ ਸ਼ਾਪ ਚਲਾਉਣ ਵਾਲੇ ਸਤਿਆਵਾਨ ਦੇ ਕੋਲੇ ਕੰਮ ਕਰਦਾ ਹੈ। ਸਤਿਆਵਾਨ ਨੇ ਕਿਹਾ ਕਿ ਉਸ ਦਾ ਕੁੰਡਲੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਮੁਰਗੇ ਸਪਲਾਈ ਦਾ ਕੰਮ ਹੈ। ਮਨੋਜ ਹੀ 15-16 ਸਾਲ ਤੋਂ ਪਿੰਡਾਂ ਦੇ ਵਿੱਚ ਮੁਰਗਿਆਂ ਨੂੰ ਸਪਲਾਈ ਕਰਦਾ ਹੈ। ਵੀਰਵਾਰ ਵੀ ਉਹ ਰੂਟੀਨ ਦੇ ਵਿੱਚ ਦੁਕਾਨਾਂ ਤੋਂ ਮੁਰਗੇ ਲੈ ਕੇ ਆਪਣੇ ਰਿਕਸ਼ੇ ਦੇ ਉੱਤੇ ਨਿਕਲਿਆ ਤੇ ਰਾਹ ਦੇ ਵਿੱਚ ਨਿਹੰਗ ਸਿੰਘ ਨੇ ਉਹਨੂੰ ਰੋਕ ਕੇ ਕੁੱਟਮਾਰ ਕੀਤੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਹੜੇ ਇਹੋ ਜਿਹੇ ਕਾਂਡ ਸਾਹਮਣੇ ਆਉਂਦੇ ਆ ਇਹ ਕਿਸਾਨ ਅੰਦੋਲਨ ਦੇ ਉੱਤੇ ਸਵਾਲ ਖੜੇ ਕਰਨ ਵਾਲੇ ਆ। ਪਰ ਚੰਗੀ ਗੱਲ ਇਹ ਆ, ਦੂਰਦ੍ਰਿਸ਼ਟੀ ਦੇ ਕਰਕੇ ਹਾਲੇ ਕਿਸਾਨ ਅੰਦੋਲਨ ਦਾ ਕੋਈ ਨੁਕਸਾਨ ਹੋਇਆ ਨਹੀਂ ਤੇ ਇਹ ਕਦੇ ਵੀ ਨੁਕਸਾਨ ਹੋਵੇ ਨਾ ਤੇ ਕਿਸਾਨ ਜਿੱਤ ਕੇ ਮੁੜਨ, ਸਾਰੀ ਏਕਤਾ ਬਰਕਰਾਰ ਰੱਖਣ, ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆ। ਪਰ ਗੱਲ ਇਹ ਵੀ ਜਦੋਂ ਚੰਗੇ ਤੋਂ ਉਲਟ ਖਬਰਾਂ ਆਉਂਦੀਆਂ, ਮੈਂ ਕੱਲ੍ਹ ਵੀ ਗੱਲ ਕਹੀ ਸੀ ਕਿ ਜਦੋਂ ਹੁਣ ਇਹ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਬਾਬਾ ਅਮਨ ਦੇ ਵੱਲੋਂ ਕਿ ਮੈਂ ਜੀ ਖੇਤੀਬਾੜੀ ਦੇ ਮੁਤਲਕ ਨਹੀਂ, ਕਾਨੂੰਨਾਂ ਬਾਰੇ ਨਹੀਂ, ਮੈਂ ਤਾਂ ਗੱਲ ਕਰਨ ਗਿਆ ਸੀ ਬੇਅਦਬੀ ਦੇ ਬਾਰੇ ਨਰਿੰਦਰ ਸਿੰਘ ਤੋਮਰ ਦੇ ਨਾਲ, ਤਾਂ ਸਵਾਲ ਇਹ ਉੱਠਦਾ ਵੀ ਜੇਕਰ ਅੱਜ ਕੋਈ ਕਿਸਾਨ ਆਗੂ ਕਿਸੇ ਬੀਜੇਪੀ ਦੇ ਸੀਨੀਅਰ ਨੇਤਾ ਦੇ ਨਾਲ ਮੁਲਾਕਾਤ ਕਰਕੇ ਆਵੇ, ਉਹ ਪਰਦੇ ਨਾਲ ਜਾਵੇ, ਵੀਡੀਓ ਫੋਟੋਆਂ ਉਹਦੀਆਂ ਸਾਹਮਣੇ ਆ ਜਾਣ ਤੇ ਫਿਰ ਉਹ ਕਵੇ ਜੀ ਕਿ ਮੈਨੂੰ ਸਾਰੇ ਕਿਸਾਨ ਸਹਿਯੋਗ ਦੇਣ ਕਿਉਂਕਿ ਬੀਜੇਪੀ ਦੇ ਵੱਲੋਂ ਸਾਜ਼ਿਸ਼ ਰਚੀ ਜਾ ਰਹੀ ਹੈ, ਮੇਰੇ ਖਿਲਾਫ ਬਹੁਤ ਵੱਡਾ ਛੜਯੰਤਰ ਹੈ, ਤੇ ਫਿਰ ਸਵਾਲ ਤਾਂ ਪੈਦਾ ਹੋਊਗਾ ਵੀ ਜਦੋਂ ਆਪ ਜੀ ਗਏ ਸੀ ਉਦੋਂ ਕਿਸੇ ਨੂੰ ਦੱਸ ਕੇ ਜਾਂ ਪੁੱਛ ਕੇ ਗਏ ਸੀ, ਤੁਸੀਂ ਕਿਸੇ ਨੂੰ ਭਰੋਸੇ ਦੇ ਵਿੱਚ ਲੈ ਕੇ ਗਏ ਸੀ? ਉਵੇਂ ਬਾਬਾ ਅਮਨ ਦੇ ਉੱਤੇ ਸਵਾਲ ਖੜੇ ਹੁੰਦੇ ਆ ਕਿ ਜੇਕਰ ਤੁਸੀਂ ਬੇਅਦਬੀ ਦੇ ਬਾਰੇ ਗੱਲ ਕਰਨ ਗਏ ਸੀ, ਨਾਲ ਦੀਆਂ ਜਿਹੜੀਆਂ 8-9 ਜਥੇਬੰਦੀਆਂ ਬੈਠੀਆਂ, ਕੀ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਗਏ? ਉਹ ਤਾਂ ਜਥੇਬੰਦੀਆਂ ਇਹ ਗੱਲ ਕਹਿਣਗੀਆਂ ਸਾਨੂੰ ਪਤਾ ਹੀ ਨਹੀਂ ਵੀ ਅਮਨ ਸਿੰਘ ਕਿਹੜੀ ਗੱਲੋਂ ਗਿਆ, ਇਹ ਕਦੋਂ ਗਿਆ, ਅਸੀਂ ਵੀ ਉਹ ਕਹਿੰਦੇ ਤਸਵੀਰਾਂ ਦੇਖ ਕੇ ਹੈਰਾਨ ਰਹਿ ਗਏ ਹਾਂ ਵੀ ਇਹ ਉਧਰ ਜਾ ਆਇਆ। ਨਾਲੇ ਵੱਡੀ ਗੱਲ ਇਹ ਆ ਵੀ ਕੀ ਨਰਿੰਦਰ ਸਿੰਘ ਤੋਮਰ ਨੇ ਬੇਅਦਬੀਆਂ ਰੋਕਣੀਆਂ? ਉਹ ਖੇਤੀਬਾੜੀ ਮੰਤਰੀ ਆ, ਜਿਹੜਾ ਕੰਮ ਜਿਹੜਾ ਮਹਿਕਮਾ ਉਹਨਾਂ ਦੇ ਹਿੱਸੇ ਦੇ ਵਿੱਚ ਆ ਉਹ ਤਾਂ ਕੰਮ ਉਹ ਕਰਕੇ ਨਹੀਂ ਰਾਜੀ ਹਾਲ ਦੀ ਘੜੀ। 10.5 ਮਹੀਨੇ ਪੌਣੇ 11 ਮਹੀਨੇ ਤੋਂ ਕਿਸਾਨ ਸੁੱਕਣੇ ਪਾਏ ਹੋਏ ਆ ਤੇ ਹੁਣ ਉਹਨਾਂ ਨੇ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਕੀ ਕਰਨਾ? ਸੋ ਕਹਿਣ ਦਾ ਭਾਵ ਇਹ ਜੀ ਕਿ ਇਹ ਮੁਲਾਕਾਤ ਸ਼ੱਕੀ ਸੀ। ਪਿੰਕੀ ਕੈਟ ਦੀ ਹਾਜ਼ਰੀ ਦੇ ਵਿੱਚ ਜਿਹੜੀ ਮੁਲਾਕਾਤ ਹੋਈ ਹੈ ਸ਼ੱਕੀ ਸੀ। ਉਸ ਤੋਂ ਬਾਅਦ ਨਵੀਆਂ ਗੱਲਾਂ ਸਾਹਮਣੇ ਆਈਆਂ ਜਦੋਂ ਵੀ ਬਾਬਾ ਅਮਨ ਨੇ ਗੱਲ ਕਹਿਣਾ ਕਿ ਮਹੀਨੇ ਸਵਾ ਮਹੀਨੇ ਦੇ ਵਿੱਚ ਸਾਰਾ ਕੁਝ ਕਲੀਅਰ ਕਰ ਦਿਆਂਗੇ, ਅਸੀਂ ਸਾਰਾ ਕੁਝ ਕਲੀਅਰ ਕਰ ਦਿਆਂਗੇ। ਉਹਨਾਂ ਦੇ ਕੋਲੋਂ ਕਲੀਅਰ ਕੁਝ ਵੀ ਨਹੀਂ ਹਾਲੇ ਤੱਕ ਹੋਇਆ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਤਰਕ ਦੇ ਨਾਲ ਤੇ ਤੱਥਾਂ ਸਮੇਤ ਉਤਰ ਦੇਣ। ਬਾਬਾ ਮਾਨ ਸਿੰਘ ਨੇ ਗੱਲ ਕਹੀ ਹੈ ਵੀਡੀਓ ਜਾਰੀ ਕਰਕੇ ਕਿ ਸਾਡਾ ਕੋਈ ਸੰਬੰਧ ਨਹੀਂ ਗਾਣੇ ਦੇ ਨਾਲ। ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਸ ਵਕਤ ਬਹੁਤ ਵੱਡੇ ਸਵਾਲ ਜਿਹੜੇ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਉੱਤੇ ਖੜੇ ਹੋ ਰਹੇ ਸੀਗੇ, ਉਹਨਾਂ ਸਵਾਲਾਂ ਦੇ ਉੱਤਰ ਦੇ ਰੂਪ ਦੇ ਵਿੱਚ ਬਾਬਾ ਅਮਨ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਸੋ ਸਭ ਨੂੰ ਤੋਲ ਕੇ ਬੋਲਣਾ ਵੀ ਚਾਹੀਦਾ ਹੈ।
ਸਭ ਨੂੰ ਸੋਚ ਸਮਝ ਕੇ ਕੋਈ ਵੀ ਕਦਮ ਪੁੱਟਣਾ ਵੀ ਚਾਹੀਦਾ ਹੈ, ਕਿਉਂਕਿ ਅਸੀਂ ਜਿਹੜੀ ਥਾਂ ਦੇ ਉੱਤੇ ਜਾ ਕੇ ਬੈਠੇ ਹਾਂ ਤੇ ਜਿਨ੍ਹਾਂ ਦੇ ਰਾਡਾਰ ਦੇ ਉੱਤੇ ਅਸੀਂ, ਉਹਨਾਂ ਨੇ ਸਾਡੀ ਕੱਲੀ ਗੱਲ ਦੇ ਬਹੁਤ ਵੱਡੇ ਅਰਥ ਕੱਢ ਕੇ ਸਾਨੂੰ ਬਦਨਾਮ ਵੀ ਕਰਨਾ। ਸੋ ਇਸ ਕਰਕੇ ਜਿਹੜੀ ਅਸੀਂ ਗਲਤੀ ਕਰਦੇ ਹਾਂ ਗੁਨਾਹ ਬਣ ਜਾਂਦੀ ਹੈ। ਇਸ ਕਰਕੇ ਚਾਹੀਦਾ ਇਹ ਹੈ ਕਿ ਕੋਈ ਵੀ ਇਹੋ ਜਿਹੀ ਗੱਲ ਨਾ ਕੀਤੀ ਜਾਵੇ ਜਿਹਦੇ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਤੇ ਸਵਾਲ ਉੱਠਣ, ਜਾਂ ਕੋਈ ਵੀ ਕਿਸਾਨ ਆਗੂ ਇਹੋ ਜਿਹੀ ਗੱਲ ਨਾ ਕਰੇ ਜਿਹਦੇ ਕਰਕੇ ਸੰਯੁਕਤ ਕਿਸਾਨ ਮੋਰਚੇ ਤੇ ਸਵਾਲ ਉੱਠਣ। ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ, ਸਮਝਣ ਦੀ, ਸੋਚਣ ਦੀ, ਵਿਚਾਰਨ ਦੀ। ਲੰਘੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ। ਇਸ ਮੀਟਿੰਗ ਦੇ ਵਿੱਚ ਬਹੁਤ ਵੱਡਾ ਫੈਸਲਾ ਕੀਤਾ ਗਿਆ। ਯੋਗੇਂਦਰ ਯਾਦਵ ਨੂੰ 1 ਮਹੀਨੇ ਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ। ਹੁਣ ਤੁਸੀਂ ਇਹ ਪੁੱਛੋਗੇ ਵੀ ਕਿਉਂ ਕਰ ਦਿੱਤਾ ਗਿਆ? ਕਿਉਂਕਿ ਯੋਗੇਂਦਰ ਯਾਦਵ ਦੇ ਉੱਤੇ ਇਹ ਦੋਸ਼ ਹੈ ਕਿ ਉਹਦੇ ਵੱਲੋਂ ਲਖੀਮਪੁਰ ਕਾਂਡ ਦੇ ਵਿੱਚ ਮਾਰੇ ਗਏ ਬੀਜੇਪੀ ਦੇ ਇੱਕ ਵਰਕਰ ਦੇ ਘਰ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਤਸਵੀਰਾਂ ਇਹਦੇ ਬਾਰੇ ਵਾਇਰਲ ਹੋਈਆਂ। ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਯੋਗੇਂਦਰ ਯਾਦਵ ਨੇ ਖੁਦ ਇਹ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਇਹ ਸ਼ਰਧਾਂਜਲੀ ਸਮਾਗਮ ਸੀ ਕਿਸਾਨਾਂ ਦਾ, ਉਸ ਵਕਤ ਵਾਪਸੀ ਦੇ ਉੱਤੇ ਆਉਂਦੇ ਹੋਏ ਮੈਂ ਬੀਜੇਪੀ ਦੇ ਵਰਕਰ ਜਿਹਦੀ ਕਿ ਮੌਤ ਹੋ ਗਈ ਸੀ, ਜਿਹਨੂੰ ਕੁੱਟਿਆ ਗਿਆ ਸੀ ਜਾਂ ਜਿਹਨੂੰ ਮਾਰ ਦਿੱਤਾ ਗਿਆ, ਉਹਦੇ ਵੀ ਘਰ ਦੇ ਵਿੱਚ ਜਾ ਕੇ ਆਇਆ। ਟੱਬਰ ਦੇ ਨਾਲ ਮੇਰੀ ਆਹ ਗੱਲਬਾਤ ਹੋਈ। ਇਸ ਗੱਲ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਕਈ ਨੇਤਾ ਜਿਹੜੇ ਉਹ ਬੇਹੱਦ ਨਾਰਾਜ਼ ਸੀ। ਸੋ ਇਸ ਕਰਕੇ ਸਸਪੈਂਡ ਕਰ ਦਿੱਤਾ ਗਿਆ 1 ਮਹੀਨੇ ਦੇ ਵਾਸਤੇ ਯੋਗੇਂਦਰ ਯਾਦਵ ਨੂੰ। मीडिया के कई अंगे गल चला रहे हैं, अब तो संयुक्त किसान मोर्चे में फूट पड़ गई, अब तो देखना ये फट गया, अब तो इसमें कुछ रहा नहीं। सो कहने का भाव है जी कि वो अपने तरीके नाल इन्हां खबरां नूं पेश कर रहे हैं, पर योगेंद्र यादव दे वल्लों हाले तक तो इस मुतलक कोई प्रतिक्रिया नहीं दी गई। पर यह है भी जो फैसला होया संयुक्त किसान मोर्चे का, उहदे विच योगेंद्र यादव नूं 1 महीने वास्ते सस्पेंड जरूर कर दिता गया। इस तो पहलां भी कई किसान आगू जिहड़े सस्पेंड होए आ, ये पहली वार नहीं होया। जेकर आप पछाण नूं झात मार के देखीए तो समय समय के उत्ते कोई हफ्ते लिए, कोई 2 हफ्ते के लिए किसान आगू सस्पेंड होए आ। जदों किसी का भी कोई भी विवाद उठिया, जां जदों किसी ने भी कोई भड़कीली गल कीती, जां जिहदे उत्ते भी लोकां नूं इतराज़ होया भी भाई इन्हें आह गल जां इन्हें आह काम क्यों कीता, तां उस वक्त उस किसान आगू नूं सस्पेंड किया गया। उस तो बाद वो किसान आगू फिर जाके मोर्चे दे विच बैठिया, ਉਹਦੇ ਵੱਲੋਂ ਸਟੇਜ ਦੇ ਉੱਤੇ ਵੀ ਜਾਇਆ ਜਾਂਦਾ। पर ਜਦੋਂ ਕਿਸੇ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤਾਂ ਉਹ ਕਿਸੇ ਵੀ ਮੋਰਚੇ ਦੀ ਸਟੇਜ ਦੇ ਉੱਤੇ ਨਹੀਂ ਆ ਸਕਦਾ, ਉਹ ਆਗੂ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਆ ਸਕਦਾ, ਉਹ ਆਗੂ ਕਿਤੇ ਵੀ ਕੋਈ ਪ੍ਰੈਸ ਕਾਨਫਰੰਸ ਦੇ ਨਾਲ ਇੰਟਰਵਿਊ ਵੀ ਆਪਦੀ ਨਹੀਂ ਕਰ ਸਕਦਾ। ਉਹ ਜੇ ਆਪਾਂ ਕਹਿ ਦਈਏ ਵੀ ਉਹ ਭੜਾਸ ਕੱਢਣ ਲੱਗ ਜੇ, ਇਦਾਂ ਦੀ ਗੱਲ ਵੀ ਨਹੀਂ ਕਰ ਸਕਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਯੋਗੇਂਦਰ ਯਾਦਵ ਨੂੰ ਕਿਸਾਨ ਮੋਰਚੇ ਦੇ ਵੱਲੋਂ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ। ਯੋਗੇਂਦਰ ਯਾਦਵ ਲਖੀਮਪੁਰ ਹਿੰਸਾ ਦੇ ਵਿੱਚ ਮਾਰੇ ਗਏ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਘਰ ਗਏ ਸਨ ਤੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਸੀ। ਇਹਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ। ਪੰਜਾਬ ਦੇ ਕਿਸਾਨ ਸੰਗਠਨ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਸਨ। ਲਖੀਮਪੁਰ ਹਿੰਸਾ ਦੇ ਵਿੱਚ ਮਾਰੇ ਗਏ ਸ਼ੁਭਮ ਮਿਸ਼ਰਾ ਦੇ ਘਰ ਜਾਣ ਤੋਂ ਬਾਅਦ ਯੋਗੇਂਦਰ ਯਾਦਵ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਉਹਨਾਂ ਨੇ ਟਵੀਟ ਦੇ ਵਿੱਚ ਲਿਖਿਆ ਸੀ, ਸ਼ਹੀਦ ਕਿਸਾਨ ਸ਼ਰਧਾਂਜਲੀ ਸਭਾ ਦੇ ਵਿੱਚੋਂ ਵਾਪਸੀ ਦੇ ਮੌਕੇ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਦੇ ਘਰ ਗਏ। ਪਰਿਵਾਰ ਨੇ ਸਾਡੇ ਨਾਲ ਬਿਲਕੁਲ ਗੁੱਸਾ ਨਹੀਂ ਕੀਤਾ, ਬਸ ਦੁਖੀ ਮਨ ਦੇ ਨਾਲ ਸਾਨੂੰ ਸਵਾਲ ਪੁੱਛੇ ਨੇ ਕਿ ਕੀ ਅਸੀਂ ਕਿਸਾਨ ਨਹੀਂ, ਸਾਡੇ ਪੁੱਤ ਦਾ ਕਸੂਰ ਕੀ ਸੀ, ਤੁਹਾਡੇ ਸਾਥੀ ਨੇ ਐਕਸ਼ਨ ਰਿਐਕਸ਼ਨ ਵਾਲੀ ਗੱਲ ਕਿਉਂ ਕੀਤੀ। ਉਹਨਾਂ ਦੇ ਸਵਾਲ ਹੁਣ ਵੀ ਕੰਨਾਂ ਦੇ ਵਿੱਚ ਗੂੰਜ ਰਹੇ ਨੇ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਯੋਗੇਂਦਰ ਯਾਦਵ ਨੇ ਕਿਹਾ ਕਿ ਜੇ ਮੇਰੇ ਜਾਣ ਦੇ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਵੱਜੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ। ਵਿਅਕਤੀਗਤ ਤੌਰ ਦੇ ਉੱਤੇ ਮੈਂ ਗਿਆ ਸਾਂ, ਇਹਦੇ ਵਾਸਤੇ ਮੈਂ ਖੇਦ ਪ੍ਰਗਟ ਕਰਦਾ ਹਾਂ। ਸੰਯੁਕਤ ਕਿਸਾਨ ਮੋਰਚੇ ਨੇ ਇਸ ਮਾਮਲੇ ਦੇ ਵਿੱਚ ਯੋਗੇਂਦਰ ਯਾਦਵ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਸੀ। ਯੋਗੇਂਦਰ ਯਾਦਵ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਕਿਹਾ ਸੀ ਕਿ ਮੈਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਨਹੀਂ ਸੀ ਗਿਆ, ਵਿਅਕਤੀਗਤ ਤੌਰ ਦੇ ਉੱਤੇ ਗਿਆ ਸਾਂ, ਪਰ ਸੰਗਠਨ ਤੋਂ ਉੱਪਰ ਉੱਠ ਕੇ ਮੈਂ ਮਾਨਵਤਾ ਦੇ ਨਾਤੇ ਗਿਆ ਸੀ। ਉਹਨਾਂ ਦੇ ਇਸ ਉੱਤਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਹਿਮਤ ਨਹੀਂ ਹੋਏ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲਖੀਮਪੁਰ ਕਾਂਡ ਦੇ ਵਿੱਚ ਜੋ ਕੁਝ ਵਾਪਰਿਆ ਦੁਖਦਾਈ ਹੈ। ਇਸ ਮਾਮਲੇ ਦੇ ਵਿੱਚ ਇਨਸਾਫ ਛੇਤੀ ਕਿਤੇ ਮਿਲਣ ਦੀ ਆਸ ਨਹੀਂ, ਇਹ ਵੀ ਗੱਲ ਸੱਚ ਹੈ। ਆ ਜਿਹੜੀ ਆਪਾਂ ਦੇਖਦੇ ਹਾਂ ਜੀ ਕਿ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਹੁਣ ਫੜੋ ਫੜੀ ਹੋ ਰਹੀ ਹੈ, ਹੁਣ ਜੀ ਆਹ ਕੁਝ ਕੀਤਾ ਜਾ ਰਿਹਾ, ਹੁਣ ਉੱਥੇ ਸੀਨ ਰੀਕ੍ਰੀਏਟ ਕਰਕੇ ਦੇਖਿਆ ਜਾ ਰਿਹਾ ਕਿਵੇਂ ਇਹ ਸਾਰਾ ਕੁਝ ਹੋਇਆ ਹੋਊਗਾ। ਇਹ ਸਾਰਾ ਕੁਝ ਮੇਰੇ ਖਿਆਲ ਦੇ ਮੁਤਾਬਕ ਤਾਂ ਹੋ ਰਿਹਾ ਕਿਉਂਕਿ ਯੂਪੀ ਦੇ ਵਿੱਚ ਵੀ ਬਾਕੀ ਸੂਬਿਆਂ ਦੇ ਵਾਂਗ ਚੋਣਾਂ, 5 ਸੂਬਿਆਂ ਦੀਆਂ ਚੋਣਾਂ, ਜੇ ਇਹ ਚੋਣਾਂ ਹੁਣ ਤੱਕ ਨਿਕਲੀਆਂ ਹੁੰਦੀਆਂ ਤਾਂ ਮੈਨੂੰ ਨਹੀਂ ਜਾਪਦਾ ਜੀ ਕਿ ਇਹ ਕਾਰਵਾਈ ਇਸ ਰੂਪ ਦੇ ਵਿੱਚ ਹੁੰਦੀ। ਇਹ ਉਸ ਵੇਲੇ ਗੱਲ ਸਾਹਮਣੇ ਆ ਰਹੀ ਆ, ਉਸ ਵੇਲੇ ਗੱਲ ਕਰ ਰਹੇ ਆ ਜਦੋਂ ਮਾਣਯੋਗ ਸੁਪਰੀਮ ਕੋਰਟ ਪਹਿਲਾਂ ਹੀ ਗੱਲ ਕਹਿ ਚੁੱਕੀ ਹੈ ਕਿ ਯੂਪੀ ਦੀ ਸਰਕਾਰ ਦੇ ਵੱਲੋਂ, ਯੂਪੀ ਦੀ ਪੁਲਿਸ ਦੇ ਵੱਲੋਂ ਲਖੀਮਪੁਰ ਖੀਰੀ ਕਾਂਡ ਦੇ ਉੱਤੇ ਤਸੱਲੀਜਨਕ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮਾਮਲੇ ਦੇ ਵਿੱਚ ਠੰਡ ਮੱਠ ਵਾਲਾ ਜਿਹੜਾ ਰਵੱਈਆ ਅਪਣਾਇਆ ਜਾ ਰਿਹਾ।
ਸੋ ਪਤਾ ਨਹੀਂ ਇਹ ਕਾਰਵਾਈ ਕਦੋਂ ਹੋਊਗੀ, ਜਿਹੜੇ ਵੀ ਕਸੂਰਵਾਰ ਆ ਉਹਨਾਂ ਨੂੰ ਕਦੋਂ ਇਸ ਵਕਤ ਸਖਤ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਊਗਾ। ਪਰ ਗੱਲ ਇਹ ਆ ਵੀ ਅਸਤੀਫਾ ਨਹੀਂ ਦੇਣਾ। ਅਸਤੀਫਾ ਦੇਖੋ ਕਿਉਂ ਨਹੀਂ ਦੇਣਾ ਗਾ, ਸਵਾਲ ਤਾਂ ਇਹ ਹੈ ਅਸਤੀਫਾ ਦਿੱਤਾ ਹੀ ਨਹੀਂ ਹਾਲੇ ਤੱਕ ਗ੍ਰਹਿ ਰਾਜ ਮੰਤਰੀ ਨੇ। ਚਾਹੀਦਾ ਇਹ ਸੀ ਵੀ ਜਦੋਂ ਦੋਸ਼ ਲੱਗੇ ਇੰਨੇ ਗੰਭੀਰ, ਪੁੱਤ ਦੀ ਥਾਰ ਹੋਵੇ, ਥਾਰ ਦੇ ਵਿੱਚ ਉਹ ਖੁਦ ਬੈਠਾ ਹੋਵੇ, ਵੀਡੀਓ ਸਾਹਮਣੇ ਆ ਗਈਆਂ ਹੋਣ, ਤਾਂ ਫਿਰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ। ਪਰ ਕੁਰਸੀ ਦੇ ਭੁੱਖੇ ਲੋਕ ਉੱਠਦੇ ਨਹੀਂ। ਤੇ ਕਮਾਲ ਦੀ ਗੱਲ ਇਹ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਜਾਂ ਗ੍ਰਹਿ ਮੰਤਰੀ ਸਾਹਿਬ ਜਾਂ ਬੀਜੇਪੀ ਦੇ ਪ੍ਰਧਾਨ ਇਸ ਮਾਮਲੇ ਦੇ ਉੱਤੇ ਇੱਕ ਸ਼ਬਦ ਨਹੀਂ ਹਾਲੇ ਤੱਕ ਮੂੰਹ ਦੇ ਵਿੱਚੋਂ ਕੱਢ ਸਕੇ। ਉਦਾਂ ਦੁਨੀਆ ਭਰ ਦੇ ਵਿਚਾਰ ਸਾਹਮਣੇ ਆ ਰਹੇ ਆ, ਪਰ ਇਸ ਮਾਮਲੇ ਦੇ ਉੱਤੇ ਉਹ ਹਾਲੇ ਤੱਕ ਕੁਝ ਬੋਲੇ ਨਹੀਂ। ਸੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਯੋਗੇਂਦਰ ਯਾਦਵ ਦੇ ਬਾਰੇ, ਇਹਦੇ ਬਾਬਤ ਕਿਸਾਨਾਂ ਦੇ ਵੱਲੋਂ ਤਾਂ ਇਹ ਗੱਲ ਕਹੀ ਜਾ ਰਹੀ ਹੈ, ਆਮ ਜਿਹੜੇ ਕਿਸਾਨ ਬੈਠੇ ਆ ਸਾਡੇ ਵਰਗੇ ਤੁਹਾਡੇ ਵਰਗੇ, ਉਹ ਕਹਿੰਦੇ ਵੀ ਢੁਕਵੀਂ ਕਾਰਵਾਈ ਸਾਰਿਆਂ ਦੇ ਉੱਤੇ ਬਰਾਬਰਤਾ ਦੀ ਹੋਣੀ ਚਾਹੀਦੀ ਹੈ। ਜੇਕਰ ਕੋਈ ਵੀ ਤੁਹਾਡਾ ਬੰਦਾ ਵੀ ਗਲਤੀ ਕਰਦਾ ਤਾਂ ਉਹਦੇ ਉੱਤੇ ਵੀ ਸਪਸ਼ਟ ਤਰੀਕੇ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਪਰ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਇਹ ਗਲਤ ਗੱਲ ਵੀ ਹੈ। ਪਰ ਜਿੰਨੀ ਦੇਰ ਤੱਕ ਯੋਗੇਂਦਰ ਯਾਦਵ ਦੇ ਵੱਲੋਂ ਨਹੀਂ ਇਹ ਗੱਲ ਕਹੀ ਜਾਂਦੀ ਕਿ ਮੈਂ ਇਹਦੇ ਬਾਬਤ ਕੀ ਮਹਿਸੂਸ ਕਰਦਾ, ਉਨੀ ਦੇਰ ਤੱਕ ਮੇਰਾ ਖਿਆਲ ਹੈ ਵੀ ਕਿਸੇ ਹੋਰ ਦੀ ਟਿੱਪਣੀ ਦੀ ਕੋਈ ਅਹਿਮੀਅਤ ਵੀ ਨਹੀਂ ਬਣਦੀ। ਪਰ ਗੋਦੀ ਮੀਡੀਆ ਨੂੰ ਇੱਕ ਵਾਰ ਫਿਰ ਮੌਕਾ ਮਿਲ ਗਿਆ, ਉਹ ਲਗਾਤਾਰ ਇਸ ਗੱਲ ਦੇ ਉੱਤੇ ਸ਼ਬਦਕ ਗੋਲੇ ਸੁੱਟ ਰਹੇ ਆ। ये तो फूट पड़ गई, ये तो बिखर गए, ये तो अलग हो गए, इनके विचारधारक मतभेद बड़े हैं, ये तो ऐसे हो गए, ये तो मानवता को विसार चुके लोग हैं। उन्होंने अपना जोर लाना कट्टे वांगू अणिगना शुरू कर दिता है। पर किसान अंदोलन चढ़दी कला दे विच रहे, इहदी असीं कामना करदे आ। लगे कल कैप्टन अमरिंदर सिंह ने ਵੱਖ-ਵੱਖ ਕਾਂਗਰਸੀ ਆਗੂਆਂ ਦੇ ਸਵਾਲਾਂ ਦਾ ਇੱਕ ਸਾਰ ਹੀ ਉੱਤਰ ਦਿੱਤਾ, ਜਾਂ ਕਹਿ ਲਈਏ ਇੱਕੋ ਟਵੀਟ ਦੇ ਵਿੱਚ ਉੱਤਰ ਦਿੱਤਾ। ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਜੋ ਖੇਤੀ ਕਾਨੂੰਨ ਬਣਾਏ ਗਏ ਆ ਇਹ ਕੈਪਟਨ ਅਮਰਿੰਦਰ ਸਿੰਘ ਦੇ ਕਰਕੇ ਬਣੇ ਆ, ਇਹਨਾਂ ਨੇ ਹੀ ਬਣਵਾਏ ਆ। ਮਤਲਬ ਇਹ ਵੀ ਬੀਜੇਪੀ ਦੇ ਨਾਲ ਸਾਂਝ ਆ, ਕਿਸਾਨ ਸੁੱਕਣੇ ਪਾਏ ਵੇ ਆ, ਇਹਨਾਂ ਦੀ ਸਾਂਝ ਸੀਗੀ, ਇਹਨਾਂ ਨੇ ਕਹਿ ਕੇ ਸਾਰਾ ਕੁਝ ਕਰਵਾਇਆ। ਪ੍ਰਗਟ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ, ਜਿਹੜੇ ਮੰਤਰੀ ਆ ਹੁਣ ਉਹ ਕਹਿੰਦੇ ਜੀ ਕਿ ਜੋ ਕੁਝ ਇਸ ਵੇਲੇ ਚੱਲ ਰਿਹਾ ਉਹਦੇ ਲਈ ਜ਼ਿੰਮੇਵਾਰ ਕੈਪਟਨ ਆ, ਤੇ ਕੈਪਟਨ ਅਮਰਿੰਦਰ ਸਿੰਘ ਹੁਣ ਤਾਂ ਬੀਜੇਪੀ ਦੇ ਨਾਲ ਮਿਲ ਕੇ ਤੇ ਮਸਲਾ ਹੱਲ ਕਰਾਉਣ ਨੂੰ ਫਿਰਦੇ ਆ। ਪਰ ਜਿਹੜੇ ਸੈਂਕੜੇ ਕਿਸਾਨ ਸ਼ਹੀਦ ਹੋ ਗਏ, ਮਜ਼ਦੂਰ ਸ਼ਹੀਦ ਹੋਏ ਬਾਰਡਰਾਂ ਦੇ ਉੱਤੇ, ਉਹਦੀ ਜ਼ਿੰਮੇਵਾਰੀ ਕੌਣ ਲਊਗਾ? ਹਰੀਸ਼ ਰਾਵਤ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਮੌਕਾ ਪ੍ਰਸਤ ਇਨਸਾਨ ਬਣ ਗਏ ਆ, ਉਹਨਾਂ ਨੂੰ ਇਦਾਂ ਨਹੀਂ ਸੀ ਚਾਹੀਦਾ। ਪਰ ਸਾਰਿਆਂ ਨੂੰ ਇੱਕੋ ਦਮ ਹੀ ਲਪੇਟੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲਿਆ, ਤਿੱਖੇ ਸ਼ਬਦ ਵਾਰ ਕੀਤੇ ਆ। ਕੱਲੇ ਕੱਲੇ ਦੇ ਬਾਰੇ ਉਹਨਾਂ ਨੇ ਦੱਸੀ ਹੈ ਗੱਲ ਵੀ ਆ ਇੱਦਾਂ ਆ ਇੱਦਾਂ ਆ ਇੱਦਾਂ, ਤੇ ਮੌਕਾ ਪ੍ਰਸਤ ਤੁਸੀਂ ਮੈਨੂੰ ਕੱਲੇ ਨੂੰ ਕਹਿੰਦੇ ਹੋ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਚੱਲ ਰਹੀ ਖਿੱਚੋਤਾਣ ਦਰਮਿਆਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਉੱਤੇ ਯਾਨੀ ਕਿ ਹਰੀਸ਼ ਰਾਵਤ ਦੇ ਉੱਤੇ ਸ਼ਬਦਕ ਹਮਲਾ ਕੀਤਾ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਟਵੀਟ ਕਰਕੇ ਹਰੀਸ਼ ਰਾਵਤ ਨੂੰ ਲੰਮੇ ਹੱਥੀਂ ਲਿਆ। ਕੈਪਟਨ ਨੇ ਕਿਹਾ ਕਿ ਸ਼ਾਇਦ ਹਰੀਸ਼ ਰਾਵਤ ਭੁੱਲ ਗਏ ਹੋਣ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਜੁਆਇਨ ਕਰਵਾਈ ਸੀ, ਉਹ 14-15 ਸਾਲ ਭਾਜਪਾ ਦੇ ਵਿੱਚ ਰਹਿ ਕੇ ਆਏ ਨੇ। ਨਾਲ ਹੀ ਇਹ ਗੱਲ ਕਹੀ ਕਿ ਨਾਨਾ ਪਟੋਲੇ ਤੇ ਆਰ ਰੈਡੀ ਵਰਗੇ ਲੋਕ RSS ਤੋਂ ਕਾਂਗਰਸ ਦੇ ਵਿੱਚ ਆਏ ਨੇ। ਪ੍ਰਗਟ ਸਿੰਘ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਉਹ ਵੀ 4 ਸਾਲ ਅਕਾਲੀ ਦਲ ਦੇ ਵਿੱਚ ਰਹੇ ਨੇ। ਕੈਪਟਨ ਨੇ ਕਿਹਾ ਕਿ ਅੱਜ ਤੱਕ ਉਹਨਾਂ ਦੇ ਉੱਤੇ ਅਕਾਲੀ ਦਲ ਦੇ ਨਾਲ ਸਹਿਯੋਗ ਦੇ ਦੋਸ਼ ਲਾਏ ਜਾ ਰਹੇ ਨੇ, ਜਦ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਉਹਨਾਂ ਨੇ 10 ਸਾਲ ਤੱਕ ਅਦਾਲਤ ਦੇ ਕੇਸ ਭੁਗਤੇ ਨੇ। ਜੇ ਅਜਿਹੀ ਸਥਿਤੀ ਸੀ ਤਾਂ ਉਹਨਾਂ ਪੰਜਾਬ ਦੇ ਵਿੱਚ ਕਾਂਗਰਸ ਨੂੰ 2017 ਦੇ ਵਿੱਚ ਜਿੱਤ ਕਿਵੇਂ ਦਿਵਾ ਦਿੱਤੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਗੱਲ ਸੱਚੀ ਹੈ ਕਿ ਰਾਜਨੀਤਿਕ ਲੋਕਾਂ ਨੇ ਆਪਣਾ ਸੂਤ ਵੇਖਦਿਆਂ, ਆਪਣਾ ਫਾਇਦਾ ਵੇਖਦਿਆਂ ਇੱਕ ਤੋਂ ਦੂਜੀ ਪਾਰਟੀ ਦੇ ਵਿੱਚ ਆਉਣਾ ਠੀਕ ਸਮਝਿਆ। ਹੁਣ ਵੀ ਇਵੇਂ ਹੋ ਰਿਹਾ, ਕਈ ਦਹਾਕੇ ਪਹਿਲਾਂ ਵੀ ਇਦਾਂ ਹੁੰਦਾ ਸੀ। ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਕਾਂਗਰਸ ਦੇ ਵਿੱਚੋਂ ਅਕਾਲੀ ਦਲ ਦੇ ਵਿੱਚ ਆ ਗਏ ਸੀ, ਅਕਾਲੀ ਦਲ ਦੇ ਵਿੱਚੋਂ ਫਿਰ ਆਪਣੀ ਪਾਰਟੀ ਬਣਾ ਲਈ, ਉਸ ਪਾਰਟੀ ਦਾ ਕਾਂਗਰਸ 'ਚ ਰਲੇਵਾਂ ਕਰ ਲਿਆ। ਹੁਣ ਉਹਨਾਂ ਨੇ ਕਾਂਗਰਸ ਛੱਡਣ ਦੀ ਗੱਲ ਕੀਤੀ ਹੈ, ਆਪਦੀ ਪਾਰਟੀ ਬਣਾ ਕੇ ਬੀਜੇਪੀ ਨਾਲ ਗੱਠਜੋੜ ਕਰਨਗੇ। ਇੱਦਾਂ ਦੇ ਬਹੁਤ ਸਾਰੇ ਆਗੂ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਸਮੇਂ-ਸਮੇਂ ਤੇ ਸਾਹਮਣੇ ਆਉਂਦੇ ਆ। ਖਾਸ ਕਰਕੇ ਇਹ ਉਦੋਂ ਸਾਹਮਣੇ ਆਉਂਦੇ ਜਦੋਂ ਚੋਣਾਂ ਸਿਰ ਤੇ ਹੁੰਦੀਆਂ, ਉਦੋਂ ਅਚਾਨਕ ਛੜਪਾ ਵੱਜਦਾ ਕਿ ਮੇਰੀ ਪਾਰਟੀ ਦੇ ਵਿੱਚ ਲੋਕਤੰਤਰਕ ਰਵਾਇਤਾਂ ਦੀ ਕਦਰ ਨਹੀਂ, ਮੇਰੀ ਪਾਰਟੀ ਦੇ ਵਿੱਚ ਕੁਝ ਕੰਮ ਨਹੀਂ ਸੀ ਹੋ ਰਹੇ ਸਹੀ ਤਰੀਕੇ ਨਾਲ, ਮੈਂ ਆਪਣੇ ਸਮਰਥਕਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਪਾਰਟੀ 'ਚੋਂ ਛੜਪਾ ਮਾਰ ਕੇ ਫਲਾਣੀ ਪਾਰਟੀ ਚਲਾ ਗਿਆ। ਤੇ ਸਮਰਥਕ ਕਿੰਨੇ ਕੁ ਹੁੰਦੇ? 150। ਇਹ 150 ਨੂੰ ਸਾਰਾ ਕੁਝ ਸਮਝੀ ਬੈਠੇ ਹੁੰਦੇ, ਜਦ ਕਿ ਉਹ ਸਮਰਥਕ ਨਹੀਂ, ਉਹ ਝੋਲੀ ਚੱਕ ਹੁੰਦੇ ਬਹੁਤੀ ਵਾਰ। ਇਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈ। ਜੇ ਸਮਰਥਕਾਂ ਦੀ ਗੱਲ ਕਰੀਏ ਤਾਂ ਫਿਰ ਤਾਂ ਇੱਕ ਹਲਕੇ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਵੋਟਰ ਹੁੰਦੇ ਆ। ਕੀ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਵੋਟਰਾਂ ਦੇ ਵਿੱਚੋਂ ਵੋਟਿੰਗ ਕਰਵਾਉਂਦੇ ਆ ਵੀ ਮੈਨੂੰ ਕਿਹੜੇ ਪਾਸੇ ਜਾਣਾ ਚਾਹੀਦਾ, ਕਿਹੜੇ ਪਾਸੇ ਨਹੀਂ? ਜਿਹੜੇ ਉਹ ਨੇੜਲੇ ਹੁੰਦੇ, ਜਿਹੜੇ ਕਹਿੰਦੇ ਬਾਈ ਜੀ ਕਮਾਲ ਕਰਤੀ, ਛਾ ਗਏ, ਠੋਕ ਦਿਆਂਗੇ, ਐ ਕਰ ਦਿਆਂਗੇ, ਤੁਸੀਂ ਜਿੱਤੋਗੇ, ਜਿੱਥੇ ਜਾਓਗੇ ਬੱਲੇ ਬੱਲੇ, ਤੁਹਾਡੇ ਬਿਨਾਂ ਕੁਛ ਹੈ ਹੀ ਨਹੀਂ, ਉਹ ਬੰਦਿਆਂ ਦੀ ਰਾਏ, ਉਹ ਬੰਦਿਆਂ ਨੂੰ ਨਾਲ ਲੈ ਕੇ ਉਹ ਕੁਝ ਕੁ ਸੈਂਕੜੇ, ਕੁਝ ਕੁ ਦਰਜਨਾਂ ਹੁੰਦੇ ਤੇ ਦੂਜੀ ਪਾਰਟੀ 'ਚ ਜਾਂਦੇ ਆ। ਇਹ ਇਦਾਂ ਹੀ ਹੁੰਦਾ ਆਇਆ ਤੇ ਐਤਕੀ ਫੇਰ ਹੋਊਗਾ। ਇਹ ਗੱਲ ਦਾਅਵੇ ਨਾਲ ਕਹਿੰਦੇ ਆ।
ਤੁਸੀਂ ਹੁਣ ਤੋਂ 1.5-2 ਮਹੀਨੇ ਬਾਅਦ ਦੇਖੋਗੇ ਸਾਰੇ ਜਾਣੇ, ਸਾਰੇ ਦਰਸ਼ਕ ਆ ਜਿਹੜੇ, ਕਿਉਂਕਿ ਜਦੋਂ ਇਹ ਟਿਕਟਾਂ ਦੀ ਵੰਡ ਸ਼ੁਰੂ ਹੋਊਗੀ ਸਾਰੀਆਂ ਪਾਰਟੀਆਂ ਦੇ ਵੱਲੋਂ, ਜਿਹਨੂੰ ਟਿਕਟ ਨਹੀਂ ਮਿਲੀ ਉਹਨੇ ਇਹੀ ਕਹਿਣਾ ਜੀ ਕਿ ਮੈਂ ਪਰਲੇ ਪਾਸੇ ਤਾਂ ਚੱਲਿਆ ਕਿਉਂਕਿ ਮੇਰੀ ਪਾਰਟੀ 'ਚ ਸਾਰਾ ਕੁਝ ਠੀਕ ਨਹੀਂ, ਮੈਂ ਆਪਣੇ ਹਲਕੇ ਲਈ ਕੁਝ ਕਰਕੇ ਦਿਖਾਉਣਾ ਚਾਹੁੰਦਾ, ਮੈਨੂੰ ਕਰਨ ਨਹੀਂ ਸੀ ਦਿੰਦੇ। ਜਦ ਕਿ ਜੇ ਟਿਕਟ ਮਿਲ ਜਾਵੇ ਉਹ ਕਹਿੰਦਾ ਬੱਲੇ ਬੱਲੇ ਆ, ਮੇਰੀ ਪਾਰਟੀ ਨੇ ਕਮਾਲਾਂ ਕਰਤੀਆਂ, ਅਸੀਂ ਸਾਰਾ ਕੁਝ ਕਰਦੇ ਹੁੰਦੇ, ਹੋਰ ਤਾਂ ਕੋਈ ਕੁਝ ਕਰਦਾ ਹੀ ਨਹੀਂ। ਸੋ ਇਹ ਡਰਾਮੇਬਾਜ਼ੀਆਂ, ਇਹ ਦਗੇਬਾਜ਼ੀਆਂ ਸਾਰੇ ਹੀ ਕਰਦੇ ਆਏ ਆ, ਕੁਝ ਇੱਕ ਨੂੰ ਛੱਡ ਕੇ। ਦੁੱਖ ਹੁੰਦਾ ਇਸ ਗੱਲ ਦੇ ਉੱਤੇ, ਕੋਈ ਕਹਿੰਦਾ ਸਿਸਟਮ ਨਹੀਂ ਠੀਕ, ਕੋਈ ਕਹਿੰਦਾ ਆਹ ਨਹੀਂ ਠੀਕ, ਪਰ ਸਿਸਟਮ ਜਿੱਥੇ ਗਏ ਹੁੰਦੇ ਉੱਥੇ ਵੀ ਕਿਹੜਾ ਸਾਰਾ ਕੁਝ ਠੀਕ ਹੁੰਦਾ। ਪਰ ਪੰਜਾਬ ਦੇ ਲੋਕ ਜਿਤਾ ਕੇ ਵੀ ਹਾਰ ਜਾਂਦੇ ਆ, ਦੁੱਖ ਇਸ ਗੱਲ ਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।